प्रोग्राम खास खबर देख रहे हो ਤੁਸੀਂ ਤਾਂ ਪੰਜਾਬ ਟਾਕਸ ਚੈਨਲ ਦੇ ਨਾਲ ਮੈਂ ਤੁਹਾਡਾ ਮੇਜ਼ਬਾਨ ਕਮਲਜੀਤ ਸਿੱਧੂ ਹਾਜ਼ਰ ਹਾਂ। ਦੋ ਖਬਰਾਂ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਾਂਗੇ। ਉਸ ਦੇ ਵਿੱਚ ਪਹਿਲੀ ਖਬਰ ਇਹ ਹੈ ਕਿ ਕਿਸਾਨ ਅੰਦੋਲਨ ਟੁੱਟਣ ਤੋਂ ਬਾਅਦ ਹੁਣ ਏਕਤਾ ਬੰਨੀ ਆਉਂਦਾ ਜਾ ਰਿਹਾ ਹੈ। ਇਸ ਦੇ ਉੱਤੇ ਚਰਚਾ ਕਰਾਂਗੇ। ਤਾਂ ਵਿਦੇਸ਼ਾਂ ਦੇ ਵਿੱਚ ਕਿਸ ਤਰੀਕੇ ਲੋਕ ਕਿਹੜੀਆਂ ਸਿਰਦਰਦੀਆਂ ਜਿਹੜੀਆਂ ਨੇ ਸਹੇੜ ਕੇ ਜਾਂਦੇ ਆ, ਉਹਨਾਂ ਦੇ ਬਾਰੇ ਹੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲੀ ਖਬਰ ਵੱਲ ਆਉਂਦੇ ਆ। किसान अंदोलन जिस बारे कि इन्हां दिनां दे विच पंजाब सरकार ने ऐलान कर दिता है कि हुण स्कूली सिलेबस दीयां किताबां दे विच पढ़ाया जाऊगा। पगड़ी संभाल जट्टा लहर की गल कर लईए ना तो उस लहर तो बाद यह किसान अंदोलन ही अजिहा अंदोलन सीगा जिसने पूरे विश्व पद्धर तक चर्चा करवाई तो एक इतिहास सिरजिया तो आखिर साडे योधे जिहड़े सीगे वो ये जंग जित के घरां नूं मुड़े आ। खेती कानून जिहड़े कि 3 काले कानून सी उन्हां नूं मुड़वा के मुड़िया। पर आउण तो बाद इकोदम ये होया कि जिहड़ी किसान जथेबंदियां सीगियां, किसान यूनीयनां सीगियां, उन्हां ਦੇ ਵਿੱਚੋਂ ਬਹੁਤੇ ਜਿਹੜੇ ਆਗੂ ਸੀ, ਕਿਉਂਕਿ 2022 ਦੀਆਂ ਚੋਣਾਂ ਆ ਰਹੀਆਂ ਸੀਗੀਆਂ ਤੇ ਉਹ ਸਾਰੇ ਦੇ ਸਾਰੇ ਇਲੈਕਸ਼ਨਾਂ ਵਾਲੇ ਪਾਸੇ ਹੋ ਗਏ। ਮਤਲਬ ਹੋਇਆ ਇਹ ਕਿ ਇਹ ਚਰਚਾਵਾਂ ਦਾ ਦੌਰ ਗਰਮ ਰਿਹਾ ਕਿ ਹੁਣ ਇਲੈਕਸ਼ਨਾਂ ਵਿੱਚ ਉਹ ਖੜੇ ਹੋਣਗੇ ਜਿਹੜੇ ਕਿ ਵੱਡੇ ਦਿੱਗਜ ਚਿਹਰੇ ਸੀਗੇ। ਹਾਲਾਂਕਿ ਕੁਛ ਆਏ ਵੀ, ਇਸ ਦੇ ਬਾਵਜੂਦ ਜਿਸ ਤਰੀਕੇ ਨਾਲ ਮੂੰਹ ਦੇ ਮੂੰਹ ਡਿੱਗੇ ਕਾਫੀ ਕਾਰਨ ਬਣੇ, ਜਿਸ ਕਰਕੇ ਕਿਸਾਨ ਯੂਨੀਅਨ ਦੇ ਇਹ ਜਿਹੜੇ ਜਥੇਬੰਦਕ ਆਗੂ ਸੀਗੇ ਇਹਨਾਂ ਦੇ ਟੁੱਟਣ ਦੀਆਂ ਖਬਰਾਂ ਵੀ ਆਈਆਂ, ਜਥੇਬੰਦੀਆਂ ਟੁੱਟਣ ਦੀਆਂ ਖਬਰਾਂ ਵੀ ਆਈਆਂ। ਪਰ ਹੁਣ ਇੱਕ ਵਾਰੀ ਫੇਰ ਤੋਂ, ਕਿਉਂਕਿ ਹਜੇ ਸੁਲਝੇ ਨਹੀਂ ਬਹੁਤ ਸਾਰੇ ਮਾਮਲੇ, ਕੇਂਦਰ ਸਰਕਾਰ ਦੇ ਕਈ ਵਾਅਦੇ ਆ ਉਹ ਵਫਾ ਨਹੀਂ ਹੋਏਗੇ, ਜਿਸ ਕਰਕੇ ਇੱਕ ਵਾਰੀ ਮੁੜ ਏਕਤਾ ਬੰਨੀ ਆਉਂਦੀਆਂ ਜਾ ਰਹੀਆਂ ਨੇ ਕਿਸਾਨ ਯੂਨੀਅਨ। ਤਾਂ ਹੁਣ ਜਿਹੜੇ ਨੇ ਕਿਸਾਨ ਅੰਦੋਲਨ ਟੁੱਟ ਭੱਜ ਤੋਂ ਬਾਅਦ ਏਕਤਾ ਵੱਲ ਨੂੰ ਆਉਂਦਾ ਜਾ ਰਿਹਾ ਆ। ਹੁਣ ਜਦੋਂ ਕਿ ਇਹ ਵਰ੍ਹਾ ਮੁੱਕਦਾ ਜਾ ਰਿਹਾ ਆ ਤਾਂ ਪੂਰੇ ਵਰ੍ਹੇ ਦੇ ਪੜਚੋਲ ਕਰਕੇ ਹੀ ਕਿਸਾਨ ਯੂਨੀਅਨ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਪੰਜਾਬ ਵਿੱਚ ਕਿਸਾਨ ਅੰਦੋਲਨਾਂ ਦੀ ਛਵੀ ਲਈ ਚਾਲੂ ਵਰ੍ਹਾ ਖੱਟਾ ਮਿੱਠਾ ਰਿਹਾ। 2022 ਦੀ ਸ਼ੁਰੂਆਤ ਹੀ ਸੰਯੁਕਤ ਕਿਸਾਨ ਮੋਰਚੇ ਦੀ ਟੁੱਟ ਭੱਜ ਨਾਲ ਹੋਈ, ਜਦੋਂ ਕਿ ਵਰ੍ਹੇ ਦੇ ਅਖੀਰ ਤੱਕ ਦੂਰੀਆਂ ਮਿਟਦੀਆਂ ਨਜ਼ਰ ਆਈਆਂ। ਦਿੱਲੀ ਵਿੱਚ ਚੱਲੀ ਕਿਸਾਨ ਅੰਦੋਲਨ ਨੇ ਕਿਸਾਨ ਲੀਡਰਸ਼ਿਪ ਨੂੰ ਸਿਖਰਾਂ ਦੇ ਉੱਤੇ ਪਹੁੰਚਾਇਆ ਸੀ, ਜਦੋਂ ਕਿ ਇਸ ਵਾਰੇ ਕਿਸਾਨ ਆਗੂਆਂ ਦੀ ਛਵੀ ਨੂੰ ਖੋਰਾ ਲੱਗਿਆ। ਦਿੱਲੀ ਮੋਰਚੇ ਵਿੱਚ ਕਿਸਾਨ ਧਿਰਾਂ ਦਾ ਏਕਾ ਜੋ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਬਣਿਆ, ਉਸਨੇ ਨਵੇਂ ਵਰ੍ਹੇ ਵਿੱਚ ਪੰਜਾਬੀਆਂ ਨੂੰ ਨਿਰਾਸ਼ ਕੀਤਾ। ਇਸ ਵਾਰੀ ਕਿਸਾਨ ਧਿਰਾਂ ਵਿੱਚ ਅੰਦੋਲਨ ਕਰਨ ਦਾ ਆਪਸੀ ਮੁਕਾਬਲਾ ਵੀ ਬਣਿਆ ਰਿਹਾ। ਆਮ ਲੋਕਾਂ ਨੇ ਸੜਕਾਂ ਰੋਕ ਕੇ ਜਾਣ ਦੇ ਉੱਤੇ ਉਂਗਲ ਵੀ ਉਠਾਈ ਔਰ ਇੱਕ ਬੀਬੀ ਨੂੰ ਅਸੀਂ ਦੇਖਿਆ ਸੀ ਉਹ ਕਿਵੇਂ ਹੱਥੜੀ ਪਿੱਟ ਰਹੀ ਸੀਗੀ ਕਿ ਕਿਸੇ ਨੇ ਕਿਤੇ ਕੰਮ ਜਾਣਾ ਹੁੰਦਾ ਔਰ ਤੁਸੀਂ ਹਮੇਸ਼ਾ ਸੜਕਾਂ ਰੋਕ ਕੇ ਖਰਾਬ ਕਰਦੇ ਹੋ ਆਉਣ ਜਾਣ ਵਾਲੇ ਯਾਤਰੀਆਂ ਨੂੰ। ਇੱਥੋਂ ਤੱਕ ਵੀ ਗੱਲਾਂ ਹੋਈਆਂ। ਤਾਂ ਪੰਜਾਬ ਵਿੱਚ ਕੁਝ ਕਿਸਾਨ ਧਿਰਾਂ ਦੀ ਸੜਕਾਂ ਰੋਕੇ ਜਾਣ ਦੇ ਦਿੱਤੇ ਪ੍ਰੋਗਰਾਮ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਆਲੋਚਨਾ ਵੀ ਹੋਈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੁਝ ਕਿਸਾਨ ਧਿਰਾਂ ਦੇ ਉਤਰਨ ਨਾਲ ਸਭ ਤੋਂ ਵੱਡਾ ਝਟਕਾ, ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਆ ਕਿ ਉਹ ਲੱਗਿਆ ਸੀਗਾ। ਐਨ ਚੋਣਾਂ ਤੋਂ ਪਹਿਲਾਂ ਕਿਸਾਨ ਆਗੂ ਬਲਬੀਰ ਸਿੰਘ ਰਾਜੋਵਾਲ ਦੀ ਅਗਵਾਈ ਵਿੱਚ ਕਰੀਬ 1.5 ਦਰਜਨ ਕਿਸਾਨ ਧਿਰਾਂ ਨੇ ਚੋਣਾਂ ਲੜਨ ਦਾ ਫੈਸਲਾ ਕੀਤਾ। ਫਿਰ ਹੋਇਆ ਕੀ ਸੀਗਾ ਇਹ ਵੀ ਅਸੀਂ ਦੇਖਦੇ ਹਾਂ ਕਿ ਜਿਉਂ ਹੀ ਰਾਜੇਵਾਲ ਨੇ ਚੋਣਾਂ 'ਚ ਉਤਰਨ ਦਾ ਐਲਾਨ ਕੀਤਾ ਤੇ ਉਸ ਮਗਰੋਂ ਇੱਕ ਇੱਕ ਕਰਕੇ ਕਿਸਾਨ ਧਿਰਾਂ ਵੱਖ ਹੋ ਗਈਆਂ। ਚੋਣਾਂ ਵਿੱਚ ਕਿਸਾਨ ਧਿਰਾਂ ਨੂੰ ਲੋਕਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ, ਜਾਂ ਕਹਿ ਲਓ ਕਿ ਆਮ ਲੋਕਾਂ ਨੂੰ ਕਿਸਾਨ ਆਗੂਆਂ ਦਾ ਚੋਣਾਂ ਲੜਨਾ ਪਸੰਦ ਹੀ ਨਹੀਂ ਆਏਗਾ। ਇਸ ਹਾਰ ਪਿੱਛੋਂ ਸਮੁੱਚੀ ਕਿਸਾਨੀ ਦੀ ਜਿਹੜੀ ਸੀਗੀ ਪੈਠ ਉਹਨੂੰ ਝਟਕਾ ਲੱਗਿਆ। ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਜੋ ਕਿ ਦਿੱਲੀ ਅੰਦੋਲਨ 'ਚ ਕੌਮੀ ਨੇਤਾ ਵਜੋਂ ਉੱਭਰੇ ਸਨ ਦੀ ਸ਼ਾਖ ਨੂੰ ਖੋਰਾ ਲੱਗਿਆ। ਦਿੱਲੀ ਅੰਦੋਲਨ 'ਚ ਵਾਪਸ ਆਈਆਂ ਕਿਸਾਨ ਜਥੇਬੰਦੀਆਂ ਦਾ ਆਪਸੀ ਏਕਤਾ ਦਾ ਅਲਾਪ ਪੰਜਾਬ ਦੀ ਧਰਤੀ ਉੱਤੇ ਆ ਕੇ ਮੱਧਮ ਪੈਂਦਾ ਨਜ਼ਰ ਆਇਆ। ਇਸ ਰੁਝਾਨ ਕਾਰਨ ਕੇਂਦਰ ਸਰਕਾਰ ਨੇ ਬਕਾਇਆ ਜਿਹੜੀਆਂ ਮੰਗਾਂ ਸੀਗੀਆਂ ਉਹਨਾਂ ਨੂੰ ਛੇਤੀ ਮੰਨਣ ਤੋਂ ਜਾਂ ਫੌਰੀ ਮੰਨਣ ਤੋਂ ਇੱਕ ਤਰ੍ਹਾਂ ਦਾ ਕਿਨਾਰਾ ਕਰ ਲਿਆ, ਪਾਸਾ ਵੱਟ ਲਿਆ। ਤੇ ਇਸ ਵਰ੍ਹੇ ਵਿੱਚ ਬਲਬੀਰ ਸਿੰਘ ਰਾਜੇਵਾਲ ਨੇ 5 ਕਿਸਾਨ ਧਿਰਾਂ ਦੀ ਅਗਵਾਈ ਵਾਲਾ ਵੱਖਰਾ ਮੋਰਚਾ ਬਣਾਇਆ ਹੋਇਆ ਹੈ। ਸੰਯੁਕਤ ਕਿਸਾਨ ਮੋਰਚਾ ਇਸ ਵਰ੍ਹੇ ਵਿੱਚ ਕਿਸਾਨ ਆਗੂਆਂ ਦੀਆਂ ਦਰਾੜਾਂ ਦੂਰ ਕਰਨ ਦੇ ਵਿੱਚ ਜੁਟਿਆ ਰਿਹਾ। ਮੁੱਲਾਂਪੁਰ ਕਿਸਾਨ ਧਿਰਾਂ ਦੀਆਂ ਮੀਟਿੰਗਾਂ ਦਾ ਮੁੱਖ ਕੇਂਦਰ ਉੱਭਰ ਕੇ ਸਾਹਮਣੇ ਆਇਆ। ਸੰਯੁਕਤ ਕਿਸਾਨ ਮੋਰਚਾ ਨੇ ਇਹ ਆਪਸੀ ਜਿਹੜੇ ਪਾਰਟੀਆਂ ਹੋਈਆਂ ਧਿਰਾਂ ਸੀਗੀਆਂ ਇਹਨਾਂ ਨੂੰ ਨਾਲ ਲਾਉਣ ਵਿੱਚ ਸਫਲਤਾ ਹਾਸਲ ਕੀਤੀ, ਪਰ ਜਗਜੀਤ ਸਿੰਘ ਡੱਲੇਵਾਲ ਅਤੇ ਬਲਬੀਰ ਸਿੰਘ ਰਾਜੇਵਾਲ ਪ੍ਰਮੁੱਖ ਸੰਯੁਕਤ ਕਿਸਾਨ ਮੋਰਚੇ ਤੋਂ ਪਾਸੇ ਹੀ ਰਹੇ। ਜਗਜੀਤ ਸਿੰਘ ਡੱਲੇਵਾਲ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਬਣਾਇਆ ਤੇ ਡੱਲੇਵਾਲ ਦਾਅਵਾ ਕਰਦੇ ਨੇ ਕਿ ਉਹਨਾਂ ਨਾਲ ਕਰੀਬ 16 ਕਿਸਾਨ ਧਿਰਾਂ ਆ।
ਸੰਯੁਕਤ ਕਿਸਾਨ ਮੋਰਚੇ ਨੇ ਸਾਲ ਦੇ ਸ਼ੁਰੂ ਵਿੱਚ ਕਿਸਾਨ ਧਿਰਾਂ ਵਿੱਚ ਖਿੱਚੀ ਲਕੀਰ ਨੂੰ ਮੇਟਣ ਦੇ ਯਤਨ ਕੀਤੇ ਆ। ਕੇਂਦਰ ਸਰਕਾਰ ਵੱਲੋਂ MSP ਲਈ ਕਮੇਟੀ ਦਾ ਗਠਨ ਕੀਤਾ ਗਿਆ। ਉਸ ਵਿੱਚ ਸੰਯੁਕਤ ਕਿਸਾਨ ਮੋਰਚਾ ਨੇ ਸ਼ਮੂਲੀਅਤ ਕਰਨ ਤੋਂ ਇਨਕਾਰ ਕੀਤਾ। ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਨੇ ਕਿਸਾਨੀ ਮੰਗਾਂ ਸੰਬੰਧੀ ਪ੍ਰਦਰਸ਼ਨ ਵੀ ਕੀਤੇ ਅਤੇ ਫਰੀਦਕੋਟ ਵਿੱਚ ਜਗਜੀਤ ਸਿੰਘ ਡੱਲੇਵਾਲ ਨੇ ਇਸ ਵਾਰੀ ਮਰਨ ਵਰਤ ਰੱਖਿਆ, ਜੋ ਚਰਚਾ ਦਾ ਵਿਸ਼ਾ ਬਣ ਰਿਹਾ, ਜਿਸ ਨੂੰ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖੁਲਵਾਇਆ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਪੱਖੋਂ ਕੈਂਚੀਆਂ ਦਾ ਟੋਲ ਖੁਲਵਾਇਆ ਹੋਇਆ ਹੈ। BKU ਲੱਖੋਵਾਲ ਨੇ ਵੀ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਸਰਗਰਮੀ ਰੱਖੀ ਹੋਈ ਹੈ। ਇਸ ਵਰੇ ਦਾ ਮੁੱਖ ਮੁੱਦਾ ਹੁਣ ਜੀਰਾ ਦੇ ਪਿੰਡ ਮਨਸੂਰਵਾਲਾ ਵਿੱਚ ਸ਼ਰਾਬ ਫੈਕਟਰੀ ਦੇ ਪ੍ਰਦੂਸ਼ਣ ਖਿਲਾਫ ਚੱਲ ਰਿਹਾ ਅੰਦੋਲਨ ਬਣਿਆ। 24 ਜੁਲਾਈ ਨੂੰ ਆਸ-ਪਾਸ ਦੇ ਪਿੰਡਾਂ ਨੇ ਸਾਂਝਾ ਮੋਰਚਾ ਬਣਾ ਕੇ ਸੰਘਰਸ਼ ਕੀਤਾ ਸੀ। ਪੰਜਾਬ ਸਰਕਾਰ ਨੇ ਇਸ ਮੋਰਚੇ ਦੀ ਅਣਦੇਖੀ ਕੀਤੀ। ਪੁਲਿਸ ਨੇ ਪੱਕਾ ਮੋਰਚਾ ਹਟਾਉਣ ਲਈ 18 ਦਸੰਬਰ ਨੂੰ ਲਾਠੀਚਾਰਜ ਕੀਤਾ ਅਤੇ ਇਹਨਾਂ ਦਿਨਾਂ ਦੌਰਾਨ 45 ਕਿਸਾਨਾਂ ਨੂੰ ਪੁਲਿਸ ਕੇਸ ਦਰਜ ਕਰਕੇ ਜੇਲ੍ਹ ਭੇਜਿਆ ਗਿਆ। ਸਾਲ ਦੇ ਸ਼ੁਰੂ ਵਿੱਚ ਕਿਸਾਨ ਧਿਰਾਂ ਦੇ ਉੱਤੇ ਉੱਠੀ ਉਂਗਲ ਜੀਰਾ ਅੰਦੋਲਨ ਨੇ ਕਾਫੀ ਹੱਦ ਤੱਕ ਨਿਭਾ ਦਿੱਤੀ ਹੈ। ਜੀਰਾ ਅੰਦੋਲਨ ਹੀ ਹੁਣ ਕਿਸਾਨਾਂ ਦਾ ਜਿਹੜਾ ਆ, ਇਹ ਜਿਹੜੀਆਂ ਧਿਰਾਂ ਆ, ਇਹਨਾਂ ਦਾ ਭਵਿੱਖ ਤੈਅ ਕਰੇਗਾ। ਝੋਨੇ ਦੇ ਸੀਜ਼ਨ ਦੇ ਦੌਰਾਨ ਪਰਾਲੀ ਪ੍ਰਦੂਸ਼ਣ ਅਤੇ ਕਿਸਾਨਾਂ ਦੇ ਮਾਲ ਰਿਕਾਰਡ ਵਿੱਚ ਰੈੱਡ ਐਂਟਰੀਆਂ ਪਾਏ ਜਾਣ ਦਾ ਮੁੱਦਾ ਵੀ ਛਾਇਆ ਰਿਹਾ। ਕਿਸਾਨਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਐਤਕੀ 30% ਘੱਟ ਪਰਾਲੀ ਨੂੰ ਅੱਗ ਲਾਈ ਹੈ। ਤੇ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਇਸ ਵਰੇ ਵਿੱਚ ਵੱਖ-ਵੱਖ ਕਿਸਾਨ ਧਿਰਾਂ ਨਾਲ ਮੀਟਿੰਗਾਂ ਕੀਤੀਆਂ, ਕੁਝ ਮੰਗਾਂ ਵੀ ਮੰਨੀਆਂ, ਪਰ ਲਾਗੂ ਨਾ ਹੋਣ ਕਰਕੇ ਕਿਸਾਨਾਂ ਨੂੰ ਘੋਲ ਕਰਨਾ ਪਿਆ। ਮੁੱਖ ਮੰਤਰੀ ਨੇ ਇਸ ਵਰੇ ਵਿੱਚ ਕੁਝ ਕਿਸਾਨਾਂ ਦੀਆਂ ਜਿਹੜੀਆਂ ਧਿਰਾਂ ਸੀ ਉਹਨਾਂ ਨੂੰ ਆੜੇ ਹੱਥੀਂ ਵੀ ਲਿਆ ਅਤੇ ਨਾਲ ਹੀ ਸੜਕਾਂ 'ਤੇ ਆਮ ਲੋਕਾਂ ਦੀ ਖੱਜਲ ਖੁਆਰੀ ਘਟਾਉਣ ਦੀ ਅਪੀਲ ਕਰਦਿਆਂ ਕਿਸਾਨ ਧਿਰਾਂ ਨੂੰ ਡਿਪਟੀ ਕਮਿਸ਼ਨਰਾਂ ਦਫ਼ਤਰਾਂ ਅਤੇ ਵਜ਼ੀਰਾਂ ਆਦਿ ਦੇ ਘਰਾਂ ਅੱਗੇ ਧਰਨੇ ਦੇਣ ਦੀ ਖੁੱਲ੍ਹ ਵੀ ਦਿੱਤੀ। ਪੰਜਾਬ ਦੇ ਸਨਅਤਕਾਰਾਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਸਾਫ਼ ਆਖਿਆ ਕਿ ਪੰਜਾਬ ਵਿੱਚ ਧਰਨੇ ਮੁਜ਼ਾਹਰੇ ਜਿਹੜੇ ਹੋ ਰਹੇ ਆ, ਉਹ ਲੱਗਣ ਕਰਕੇ ਜਿਹੜੀ ਅਸੀਂ ਕੋਈ ਪੈਸਾ ਲਾਉਣਾ, ਜਿਹੜਾ ਕੋਈ ਨਿਵੇਸ਼ ਕਰਨਾ ਆ, ਉਹਦੇ ਲਈ ਮਾਹੌਲ ਨਹੀਂ ਰਿਹਾ ਅਤੇ ਇਸ ਮਾਹੌਲ ਨੂੰ ਵਧੀਆ ਬਣਾਉਣ ਦੀ ਅਪੀਲ ਕੀਤੀ ਸੀ। ਪੰਜਾਬ ਸਰਕਾਰ ਜਿਹੜੇ ਸੰਘਰਸ਼ ਕਰਨ ਵਾਲੇ ਸੀ ਉਹਨਾਂ ਨਾਲ ਕਈ ਵਾਰੀ ਸਹਿਮਤੀ ਬਣੀ ਤੇ ਕਈ ਵਾਰੀ ਅਸਹਿਮਤੀ ਦੇ ਰਾਹ 'ਤੇ ਚੱਲਦੀ ਰਹੀ। ਤਾਂ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਪਾਣੀਆਂ ਤੇ ਪ੍ਰਦੂਸ਼ਣ ਦੇ ਮੁੱਦੇ 'ਤੇ ਇਸ ਵਰੇ ਅੰਦੋਲਨ ਵਿੱਢਿਆ। ਵਿਧਾਨ ਸਭਾ ਚੋਣਾਂ ਵੇਲੇ ਫਰਵਰੀ ਦੌਰਾਨ ਬਰਨਾਲਾ ਦੇ ਵਿੱਚ ਉਗਰਾਹਾਂ ਧੜੇ ਨੇ ਵੱਡੀ ਲੋਕ ਕਲਿਆਣ ਰੈਲੀ ਕੀਤੀ, ਜਿਸ ਵਿੱਚ ਲੋਕਾਂ ਨੂੰ ਸੰਘਰਸ਼ੀ ਰਾਹ ਦਾ ਸੱਦਾ ਦਿੱਤਾ। ਇਸ ਰੈਲੀ ਵਿੱਚ ਲੋਕਾਂ ਨੂੰ ਆਪੋ ਆਪਣੀ ਮਰਜ਼ੀ ਨਾਲ ਵੋਟ ਇਸਤੇਮਾਲ ਕਰਨ ਦੀ ਖੁੱਲ੍ਹ ਦਿੱਤੀ। BKU ਉਗਰਾਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਦਾ 21 ਦਿਨ ਘਿਰਾਓ ਕੀਤਾ। ਇਸ ਤੋਂ ਪਹਿਲਾਂ ਜੁਲਾਈ ਮਹੀਨੇ ਵਿੱਚ ਵੱਖ-ਵੱਖ ਫੈਕਟਰੀਆਂ ਅਤੇ ਐਕਸੀਅਨ ਦਫ਼ਤਰਾਂ ਅੱਗੇ 5 ਦਿਨ ਧਰਨੇ ਦਿੱਤੇ ਗਏ ਨੇ। ਉਗਰਾਹਾਂ ਧੜੇ ਨੇ ਪਾਣੀਆਂ ਤੇ ਪ੍ਰਦੂਸ਼ਣ ਦੇ ਮੁੱਦੇ ਉੱਤੇ ਮੋਰਚਾ ਖੋਲ੍ਹੀ ਰੱਖਿਆ। ਪੰਜਾਬ ਵਿੱਚ ਇਸ ਵਰੇ ਦੌਰਾਨ ਹੀ ਜਿਹੜਾ ਕਿ 2022 ਹੁਣ ਜਾਂਦਾ ਕਿਉਂਕਿ ਚਰਚਾ ਆਪਾਂ ਤਾਂ ਕਰ ਰਹੇ ਹਾਂ, ਹੋਰ ਕੀ ਹੋਇਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮਾਝੇ ਤੇ ਦੁਆਬੇ ਵਿੱਚ ਆਪਣੀ ਵੱਖਰੀ ਹੋਂਦ ਕਾਇਮ ਕੀਤੀ। ਇਸ ਵੇਲੇ ਇਸ ਸੰਘਰਸ਼ ਕਮੇਟੀ ਨੇ ਕਾਫੀ ਟੋਲ ਪਲਾਜ਼ਿਆਂ ਦੇ ਉੱਤੇ ਧਰਨੇ ਦਿੱਤੇ ਹੋਏ ਨੇ ਅਤੇ ਟੋਲ ਮੁਕਤ ਕੀਤੇ ਗਏ ਨੇ। ਕਈ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਧਰਨੇ ਵੀ ਦਿੱਤੇ ਹੋਏ ਨੇ। ਸਾਰੀ ਜਿਹੜੀ ਪੜਚੋਲ ਆ, ਸਾਰੀ ਨਜ਼ਰਸਾਨੀ ਜਿਹੜੀ ਕੀਤੀ ਗਈ, ਉਸ ਤੋਂ ਅਖੀਰ ਦੇ ਵਿੱਚ ਇਸ ਗੱਲ 'ਤੇ ਪੁੱਜਦੇ ਹਾਂ ਕਿ ਘੱਟੋ ਘੱਟ ਕਿਸਾਨ ਅੰਦੋਲਨ ਤੋਂ ਬਾਅਦ ਜਿਸ ਤਰੀਕੇ ਨਾਲ ਕਿਸਾਨ ਆਗੂ ਇਲੈਕਸ਼ਨਾਂ ਦੇ ਵਿੱਚ ਕੁੱਦੇ ਸੀਗੇ, ਉਸ ਤੋਂ ਬਾਅਦ ਹੋਇਆ ਕੀ ਆ, ਉਹ ਸਾਰਿਆਂ ਨੂੰ ਪ੍ਰਤੱਖ ਜ਼ਾਹਿਰ ਆ ਕਿ ਪੰਜਾਬ ਦੇ ਲੋਕਾਂ ਨੂੰ ਇਹ ਪਸੰਦ ਹੀ ਨਹੀਂ ਆਇਆ ਕਿ ਕਿਸਾਨ ਲੀਡਰ ਜਿਹੜੇ ਆ ਉਹ ਇਸ ਤਰੀਕੇ ਰਾਜਨੀਤੀ ਦੇ ਵਿੱਚ ਕੁੱਦਣ ਜਾਂ ਇਲੈਕਸ਼ਨਾਂ ਵਿੱਚ ਖੜੇ ਹੋਣ। ਤਾਂ ਸੋ ਇੱਕ ਵਾਰੀ ਫਿਰ ਤੋਂ ਭਾਵੇਂ ਜੋ ਕੁਛ ਮਰਜ਼ੀ ਰਿਹਾ, ਜਿਸ ਤਰੀਕੇ ਹਜੇ ਵੀ ਕਿਸਾਨ ਜਥੇਬੰਦੀਆਂ ਸੰਘਰਸ਼ ਦੇ ਰਾਹਾਂ ਦੇ ਉੱਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਮੁਹਿੰਮ ਵਿੱਢੀ ਬੈਠੀਆਂ ਨੇ, ਉਸ ਨੂੰ ਵੇਖ ਕੇ ਕੁੱਲ ਮਿਲਾ ਕੇ ਲੱਗਦਾ ਹੈ ਕਿ ਇੱਕ ਬਹੁਤ ਵਧੀਆ ਜੋ ਉਪਰਾਲਾ ਆ ਉਹ ਹੋ ਰਿਹਾ, ਜੋ ਇਹਨਾਂ ਦੀ ਏਕਤਾ ਦਾ ਇੱਕ ਵਧੀਆ ਸਬੂਤ ਹੈ। ਵਿਦੇਸ਼ ਜਾਣ ਦੇ ਲਈ ਲੋਕ ਕਿਹੜੇ ਉਪਰਾਲੇ, ਕਿਹੜੇ ਹੀਲੇ, ਕਿਹੜੇ ਹਰਬੇ ਵਰਤਦੇ ਆ, ਇਹ ਜਾਣ ਕੇ, ਇਹ ਸੁਣ ਕੇ ਹੈਰਾਨੀ ਹੁੰਦੀ ਹੈ। ਔਰ ਇਹੋ ਜਿਹੇ ਰਾਹ ਅਪਣਾਏ ਜਾਂਦੇ ਨੇ, ਚਾਹੇ ਕਿ ਅਸੀਂ ਡੌਂਕੀ ਵਾਲੀ ਫਿਲਮ ਪੰਜਾਬੀ ਦੀ ਅਸੀਂ ਦੇਖੀ ਸੀਗੀ ਕਿ ਉਹਦੇ ਵਿੱਚ ਉਹ ਕਿਸ ਤਰੀਕੇ ਨਾਲ ਪੰਜਾਬੀ ਜਿਹੜੇ ਨੇ ਬਾਹਰ ਜਾਂਦੇ ਨੇ। ਇਸ ਤੋਂ ਪਹਿਲਾਂ ਵੀ
ਕਿੰਨੇ ਲੋਕ ਇਟਲੀ ਦਾ ਕਾਂਡ ਦੇਖ ਲਓ, ਮਾਲਟੇ ਦਾ ਕਾਂਡ ਦੇਖ ਲਓ, ਉਹਦੇ ਵਿੱਚ ਕਿੰਨੇ ਲੋਕ ਡੌਂਕੀਆਂ ਦੇ ਜ਼ਰੀਏ ਬਾਹਰ ਵਿਦੇਸ਼ਾਂ ਤੱਕ ਪਹੁੰਚਦੇ ਆ। ਔਰ ਸਭ ਤੋਂ ਵੱਡੀ ਜਿਹੜੀ ਹੈਗੀ ਆ ਇਹ ਅਸੀਂ ਦੇਖਦੇ ਹਾਂ ਕਿ ਜਿਹੜੀ ਟਰੰਪ ਦੀਵਾਰ ਆ ਉਹਦੇ ਚਰਚਾ ਕਰ ਲਈ ਜਾਵੇ ਤਾਂ ਅਮਰੀਕਾ ਤੇ ਵੀਅਤਨਾਮ ਨੂੰ ਮਿਲਾਉਂਦੀ ਉਸ ਦੀਵਾਰ ਦੇ ਜ਼ਰੀਏ ਕਿੰਨੇ ਲੋਕ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ। ਔਰ ਹੁੰਦਾ ਕੀ ਆ, ਕੁਛ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦੇ ਨੇ, ਕੁਝ ਰਾਹਾਂ ਦੇ ਵਿੱਚ ਰਹਿ ਜਾਂਦੇ ਨੇ, ਅਦਵਾਟੇ ਰਹਿ ਜਾਂਦੇ ਨੇ, ਜਾਂ ਫਿਰ ਜ਼ਿੰਦਗੀ ਤੋਂ ਹਮੇਸ਼ਾ ਲਈ ਖਤਮ ਹੋ ਜਾਂਦੇ ਨੇ। ਅਤੇ ਜਿਹੜੇ ਲੋਕ ਡੌਂਕੀਆਂ ਲਾ ਕੇ ਜਾਂਦੇ ਆ ਜਾਂ ਜੰਗਲਾਂ ਦੇ ਰਸਤੇ ਜਿਸ ਤਰੀਕੇ ਨਾਲ ਉਹਨਾਂ ਦਾ ਸਫ਼ਰ ਹੁੰਦਾ ਆ, ਉਸ ਦੀਆਂ ਕਹਾਣੀਆਂ ਜਦੋਂ ਕਦੇ ਸੋਸ਼ਲ ਮੀਡੀਆ ਦੇ ਉੱਤੇ ਸੁਣਦੇ ਆ, ਲੋਕ ਵਿਦੇਸ਼ ਜਾਣ ਲਈ ਬੜੇ ਪਾਪੜ ਵੇਲਦੇ ਆ, ਡੌਂਕੀਆਂ ਦੇ ਜ਼ਰੀਏ ਜਾਂਦੇ ਹੈਗੇ ਆ, ਜੰਗਲਾਂ ਦੇ ਜ਼ਰੀਏ ਜਾਂਦੇ ਹੈਗੇ ਆ, ਰਾਹਾਂ ਵਿੱਚ ਮਰ ਜਾਂਦੇ ਆ, ਅਤੇ ਬਹੁਤ ਸਾਰਾ ਕੁਛ ਜਿਹੜਾ ਆ ਅਜਿਹਾ ਉਹਨਾਂ ਨਾਲ ਵਾਪਰਦਾ ਆ ਜਿਸ ਦੇ ਬਾਰੇ ਜਦੋਂ ਸੁਣੀ ਦੀਆਂ ਸੋਸ਼ਲ ਮੀਡੀਆ ਉੱਤੇ ਕਹਾਣੀਆਂ ਤੇ ਰੂਹ ਕੰਬ ਜਾਂਦੀ ਆ ਕਿ ਸਾਡੇ ਲੋਕ ਬਾਹਰ ਜਾਣ ਲਈ ਕਿਹੜੇ ਹਰਬੇ ਹੀਲੇ ਵਸੀਲੇ ਵਰਤਦੇ ਆ। ਕੁਛ ਮੰਜ਼ਿਲ 'ਤੇ ਪਹੁੰਚ ਜਾਂਦੇ ਆ, ਕੁਝ ਅਦਵਾਟੇ ਰਹਿ ਜਾਂਦੇ ਆ, ਕੁਛ ਜ਼ਿੰਦਗੀ ਤੋਂ ਹੱਥ ਧੋ ਲੈਂਦੇ ਆ ਅਤੇ ਮਗਰ ਰੋਣ ਜੋਗੇ ਰਹਿ ਜਾਂਦੇ ਆ ਉਹਨਾਂ ਦੇ ਪਰਿਵਾਰ, ਉਹਨਾਂ ਦੇ ਮਾਪੇ, ਉਹਨਾਂ ਦੇ ਭੈਣ ਭਰਾ, ਕਿਸੇ ਦੀਆਂ ਪਤਨੀਆਂ, ਕਿਸੇ ਦੇ ਬੱਚੇ। ਫਿਰ ਉਹਨਾਂ ਨੇ ਕਦੇ ਮੁੜ ਕੇ ਵਾਪਸ ਨਹੀਂ ਆਉਣਾ ਹੁੰਦਾ ਕਿਉਂਕਿ ਤਰੀਕਾ ਹੀ ਨਜਾਇਜ਼ ਸੀਗਾ। ਇਹ ਨਜਾਇਜ਼ ਤਰੀਕੇ ਜਾਣ ਦਾ ਚੱਲਣ ਮੁੱਕਦਾ ਨਹੀਂ ਪਿਆ। ਇਸ ਦੇ ਉੱਤੇ ਹੀ ਜਿਹੜੀ ਗੱਲਬਾਤ ਕਰਦੇ ਆ, ਇਹਨਾਂ ਦਿਨਾਂ ਦੇ ਵਿੱਚ ਇੱਕ ਖਬਰ ਜਿਹੜੀ ਆ ਚਰਚਾ ਦਾ ਵਿਸ਼ਾ ਬਣੀ ਹੋਈ ਆ। ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਜਿਹੜੇ ਨੇ ਉਹਨਾਂ ਦੀ ਹਰ ਮਹੀਨੇ ਕੋਈ ਨਾ ਕੋਈ ਖਬਰ ਜਿਹੜੀ ਆ ਆਈ ਰਹਿੰਦੀ ਹੈ। ਹਰ ਮਹੀਨੇ ਵੀ ਛੱਡ ਦਿਓ ਤੁਸੀਂ, ਹਰ ਰੋਜ਼ ਹੀ ਆਈ ਰਹਿੰਦੀ ਆ ਤਾਜ਼ਾ ਘਟਨਾ। ਇਹਨਾਂ ਦਿਨਾਂ ਵਿੱਚ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਉਹ ਆ ਗੁਜਰਾਤ ਨਾਲ ਸੰਬੰਧਿਤ ਬ੍ਰਿਜ ਕੁਮਾਰ ਨਾਂ ਦੇ ਨੌਜਵਾਨ ਦੀ ਆ, ਜੋ ਮੈਕਸੀਕੋ ਤੋਂ ਅਮਰੀਕਾ ਵਿੱਚ ਦਾਖਲ ਹੋਣ ਸਮੇਂ ਇਹ ਵਿਅਕਤੀ ਟਰੰਪ ਦੀਵਾਰ ਲੰਘ ਰਿਹਾ ਸੀ ਤਾਂ ਉਸ ਦੀ ਇਸ ਕੰਧ ਤੋਂ ਡਿੱਗਣ ਨਾਲ ਮੌਤ ਹੋ ਗਈ। ਬ੍ਰਿਜ ਜਾਦਵ ਦੀ ਪਤਨੀ ਤੇ 3 ਸਾਲ ਦਾ ਬੱਚਾ ਗੰਭੀਰ ਜ਼ਖਮੀ ਹੋ ਗਿਆ। ਇਸ ਘਟਨਾ ਨੇ ਗੈਰ ਕਾਨੂੰਨੀ ਪ੍ਰਵਾਸ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਤਰਾਸਦੀ ਨੂੰ ਇੱਕ ਵਾਰੀ ਫਿਰ ਚਰਚਾ ਵਿੱਚ ਲਿਆ ਦਿੱਤਾ ਆ। ਗੱਲ ਜਰਾ ਕਿ ਪਿਛੋਕੜ ਦੀ ਕਰ ਲੈਂਦੇ ਆ। ਅਜੋਕੇ ਦੌਰ ਵਿੱਚ ਪੰਜਾਬ ਦੇ ਪ੍ਰਵਾਸ ਨਾਲ ਜੁੜੀਆਂ ਜਿਹੜੀਆਂ ਤਰਾਸਦੀਆਂ ਆ, ਅੱਜ ਕੋਈ ਇਹ ਨਵੀਆਂ ਨਹੀਂ ਹੈਗੀਆਂ। ਇਹ ਤਰਾਸਦੀਆਂ 1914 ਵਿੱਚ ਜਿਹੜਾ ਕਾਮਾਗਾਟਾ ਮਾਰੂ ਜਹਾਜ਼ ਆ ਉਸ ਤੋਂ ਲੈ ਕੇ, ਜਿਵੇਂ ਫਿਰ ਮੈਂ ਮਾਲਟਾ ਕਾਂਡ ਦਾ ਤੁਹਾਨੂੰ ਮੈਂ ਦੱਸ ਦਿਆਂ ਕਿ ਮਾਲਟਾ ਕਾਂਡ ਜਿਹੜਾ ਸੀਗਾ ਉਹ ਹੋਇਆ ਸੀ ਇਟਲੀ 1996 ਦੇ ਵਿੱਚ। ਉਹਦੇ ਵਿੱਚ ਵੀ ਜਿਹੜੇ ਲੋਕ ਸੀਗੇ ਦੇਖਿਆ ਸੀਗਾ ਕਿਸ਼ਤੀ ਦੇ ਵਿੱਚ ਕਿਸ ਤਰੀਕੇ ਸਮੁੰਦਰ ਦੇ ਭਵਰ ਦੇ ਵਿਚਕਾਰ ਫਸ ਕੇ ਉੱਥੇ ਡੁੱਬ ਗਏ। ਫਿਰ ਉਹ ਕਦੇ ਨਹੀਂ ਆਏ, ਉਹਨਾਂ ਦੀ ਲਾਸ਼ਾਂ ਤੱਕ ਨਹੀਂ ਮਿਲੀਆਂ। ਮਾਪੇ ਅੱਜ ਵੀ ਵਿਲਕਦੇ ਰੋਂਦੇ, ਅੱਜ ਵੀ ਉਸ ਕਾਂਡ ਨੂੰ ਯਾਦ ਕਰਕੇ ਪੁੱਤਾਂ ਨੂੰ ਰੋਂਦੇ ਆ ਕਿ ਅਸੀਂ ਉਹਨਾਂ ਨੂੰ ਬਾਹਰ ਕਿਉਂ ਭੇਜਿਆ ਸੀਗਾ। ਅਤੇ ਬਹੁਤ ਸਾਰੇ ਲੋਕ ਜਿਹੜੇ ਸੀਗੇ ਉਹਨਾਂ ਨੂੰ ਜਦੋਂ ਬਾਰਡਰ ਟਪਾਏ ਜਾਂਦੇ ਆ ਅਤੇ ਕਈ ਵਾਰੀ ਜਿਹੜੇ ਵੱਡੇ ਕੰਟੇਨਰ ਆ ਉਹਨਾਂ ਵਿੱਚ ਵੜ ਕੇ ਲਿਜਾਇਆ ਜਾਂਦਾ। ਕਈ ਲੋਕ ਇਹੋ ਜਿਹੇ ਆ ਕਿ ਜਿਨ੍ਹਾਂ ਨੂੰ ਵੱਡੇ ਜਿਵੇਂ ਹੁਣ ਆਪਣੇ ਟੈਂਕਰ ਆ, ਟੈਂਕਰਾਂ ਦੇ ਵਿੱਚ ਜਿਹੜਾ ਸੀਗਾ ਉਹਦੇ ਵਿੱਚ ਪਾ ਕੇ ਲਿਜਾਇਆ ਜਾਂਦਾ। ਔਰ ਤੁਸੀਂ ਦੇਖੋ ਉੱਥੇ ਆਕਸੀਜਨ ਦੀ ਕਿੱਡੀ ਕਮੀ ਆ, ਔਰ ਕਈ ਵਾਰੀ ਉਹ ਸਾਹ ਘੁੱਟ ਕੇ ਹੀ ਮਰੇ ਆ। ਔਰ ਇੱਥੋਂ ਤੱਕ ਕਿ ਬਹੁਤੀਆਂ ਖਬਰਾਂ ਤਾਂ ਹੁਣ ਤੱਕ ਚਰਚਾ ਦਾ ਵਿਸ਼ਾ ਇਹ ਵੀ ਬਣੀਆਂ ਰਹੀਆਂ ਕਿ ਬਹੁਤ ਸਾਰੇ ਲੋਕ ਹਵਾਈ ਜਹਾਜ਼ਾਂ ਦੇ ਪਹੀਆਂ ਦੇ ਉੱਤੇ ਬਹਿ ਕੇ ਹੀ ਜਾਂਦੇ ਰਹੇ ਆ। ਕਿੱਡੀ ਹੈਰਾਨੀ ਦੀ ਗੱਲ ਆ। ਔਰ ਕਈਆਂ ਨੂੰ ਹਾਈਪੋਥਰਮੀਆ ਹੋ ਗਿਆ, ਉਹ ਠੰਡ ਨਾਲ ਹੀ ਇੰਨੇ ਉੱਤੇ ਉੱਚਾ ਉੱਡ ਰਿਹਾ ਜਹਾਜ਼, ਕਈ ਬਰਫੀਲੇ ਪਹਾੜਾਂ ਉੱਤੋਂ ਲੰਘਦਾ ਹੋਇਆ 7 ਸਮੁੰਦਰ ਪਾਰ ਕਰਕੇ ਜਦੋਂ ਉਹਨਾਂ ਧਰਤੀਆਂ ਤੱਕ ਪਹੁੰਚਦਾ ਅਤੇ ਉਦੋਂ ਤੱਕ ਉਹਨਾਂ ਦੀ ਕੀ ਹਾਲਤ ਬਣੀ ਹੈ। ਔਰ ਕਈ ਖਬਰਾਂ ਯਾਨੀ ਇਹ ਚਰਚਾ ਦਾ ਵਿਸ਼ਾ ਬਣੀਆਂ ਹਨ। ਅਤੇ ਇਹਨਾਂ ਦੇ ਵਿੱਚੋਂ ਹੀ 1996 ਵਿੱਚ ਦਿੱਲੀ ਤੋਂ ਹਵਾਈ ਜਹਾਜ਼ ਦੇ ਟਾਇਰਾਂ ਰਾਹੀਂ ਲੋਕੇ ਲੰਡਨ ਪੁੱਜੇ 2 ਭਰਾਵਾਂ ਦੀ, ਪ੍ਰਦੀਪ ਸੈਣੀ ਅਤੇ ਵਿਜੇ ਸੈਣੀ ਨਾਲ ਜੁੜਦਾ, ਜਿਨ੍ਹਾਂ ਵਿੱਚੋਂ ਇੱਕ ਭਰਾ ਦੀ ਲੰਡਨ ਦੇ ਹੀਥਰੋ ਹਵਾਈ ਪੱਟੀ ਉੱਤੇ ਡਿੱਗ ਕੇ ਮੌਤ ਹੋ ਗਈ ਸੀ ਅਤੇ ਦੂਜਾ ਬਰਤਾਨੀਆ ਦਾ ਸ਼ਹਿਰੀ ਬਣ ਗਿਆ ਸੀ। ਇੱਕ ਹੋਰ ਕਹਾਣੀ ਦਾ ਇੱਥੇ ਮੈਂ ਜ਼ਿਕਰ ਕਰ ਲੈਂਦਾ ਆ। ਜੂਨ 2019 ਦੇ ਵਿੱਚ ਗੁਰਪ੍ਰੀਤ ਕੌਰ ਨਾਲ ਵੀ ਜੁੜਦਾ। ਉਸਦੇ ਮਾਪੇ ਪਰਦੇਸੀ ਵਸਣ ਲਈ ਅਣਜਾਣ ਧਰਤੀ ਦੇ ਜੱਗ ਜ਼ਾਹਰ ਖਤਰਿਆਂ ਨੂੰ ਸਹੇੜਨ ਅਤੇ ਅਣਭੋਲ ਜ਼ਿੰਦਗੀਆਂ ਨੂੰ ਦਾਅ ਉੱਤੇ ਲਗਾਉਣ ਲਈ ਤਿਆਰ ਨੇ। ਇਸੇ ਤਰਾਸਦੀ ਦਾ ਕੋਈ ਸਿਰਾ ਲਤੀਨੀ ਅਮਰੀਕਾ ਤੋਂ ਕਿਸ਼ਤੀਆਂ ਰਾਹੀਂ ਅਤੇ ਮੈਕਸੀਕੋ ਦੇ ਜੰਗਲਾਂ ਰਾਹੀਂ ਅਮਰੀਕਾ ਪਹੁੰਚਣ ਦੇ ਉਪਰਾਲੇ ਵਜੋਂ ਦਰਜ ਹੋ ਰਿਹਾ। ਇਸ ਉਪਰਾਲੇ ਦੀ ਹਿੰਡ ਨੇ ਮਾਲਟਾ ਦੀ ਤਰਾਸਦੀ ਵਾਂਗ ਸਮੁੰਦਰ ਦੇ ਕੰਢਿਆਂ 'ਤੇ ਨਿਸ਼ਾਨੀਆਂ ਨਹੀਂ ਛੱਡੀਆਂ। ਇਹਨਾਂ ਜੰਗਲਾਂ ਸਮੁੰਦਰਾਂ ਵਿੱਚ ਇਰਾਕ ਦੇ ਸ਼ਹਿਰ ਮੋਸੁਲ ਮਾਰਚ 2018 ਵਾਂਗ ਡਾਕਟਰੀ ਸ਼ਨਾਖਤ ਕਰਨ ਜਿੰਨੀਆਂ ਦੇਹਾਂ ਵੀ ਨਹੀਂ ਪਰਤਦੀਆਂ। ਇਸ ਤਰਾਸਦੀ ਦਾ ਕੋਈ ਸਿਰਾ ਅਮਰੀਕਾ ਦੇ ਸ਼ਹਿਰਾਂ ਵਿੱਚ ਬਣੇ ਬੰਦੇ ਖਾਨਿਆਂ ਵਿੱਚ ਸੁਲਗ ਰਿਹਾ, ਜਿੱਥੇ 24 ਸਾਲ ਦਾ ਗੁਰਜੰਟ ਸਿੰਘ ਅਤੇ 33 ਸਾਲਾ ਅਜੇ ਕੁਮਾਰ ਆਪਣੇ ਮਾਮਲਿਆਂ ਦੀ ਅਦਾਲਤੀ ਸੁਣਵਾਈ ਲਈ
74 ਦਿਨਾਂ ਤੱਕ ਭੁੱਖ ਹੜਤਾਲ ਤੇ ਬੈਠੇ ਰਹੇ। ਇਹ ਦੋਵੇਂ ਕੌਮਾਂਤਰੀ ਖਬਰਾਂ ਵਜੋਂ ਨਸ਼ਰ ਹੋਏ ਤਾਂ 22 ਸਾਲ ਦਾ ਜਸਵੀਰ ਸਿੰਘ ਅਤੇ 23 ਸਾਲਾ ਰਾਜਨਦੀਪ ਸਿੰਘ ਦੀਆਂ ਦੱਸਾਂ ਪਈਆਂ, ਜੋ ਖਬਰਨਵੀਸਾਂ ਨੂੰ ਭੁੱਖ ਹੜਤਾਲਾਂ ਦੌਰਾਨ ਜਬਰੀ ਭੋਜਨ ਦਿੱਤੇ ਜਾਣ ਦੀਆਂ ਤਕਲੀਫਾਂ ਬਿਆਨ ਕਰ ਰਹੇ ਨੇ। ਹੁਣ ਲੋਕ ਜਿਹੜੇ ਨੇ ਬਾਹਰ ਤੁਰੇ ਜਾ ਰਹੇ ਨੇ, ਉਹਨਾਂ ਦਾ ਬਣ ਕੀ ਰਿਹਾ ਆ? ਇਹਦੇ ਵਿੱਚ ਕੌਣ ਲੋਕ ਆ ਜੋ ਉਹਨਾਂ ਨੂੰ ਉਕਸਾਉਂਦੇ ਆ ਕਿ ਉਹਨਾਂ ਦੇ ਆਪਣੇ ਅੰਦਰ ਇਸ ਤਰ੍ਹਾਂ ਦੀ ਗੱਲ ਪੈਦਾ ਹੁੰਦੀ ਹੈ ਕਿ ਮੈਂ ਬਾਹਰ ਜਾਣਾ ਆ? ਤੇ ਇਹਦੇ ਵਿੱਚ ਸਭ ਤੋਂ ਜਿਹੜਾ ਵੱਡਾ ਰੋਲ ਅਦਾ ਕਰਦੇ ਪਏ ਦੋਸਤੋ, ਉਹ ਸਾਡੇ ਆਈਲੈਟਸ ਸੈਂਟਰ ਜਿਹੜੇ ਨੇ, ਉਹ ਕੋਚਿੰਗ ਸੈਂਟਰ ਜਿਹੜੇ ਆ, ਉਹ ਵਿਚੋਲਿਆਂ ਦੀ ਭੂਮਿਕਾ ਨਿਭਾਉਂਦੇ ਆ। ਵੱਡੇ ਵੱਡੇ ਦਾਅਵੇ ਕਰਦੇ, ਇਮੀਗ੍ਰੇਸ਼ਨ ਦੇ ਦਫ਼ਤਰ ਖੋਲ੍ਹ ਕੇ ਬੈਠੇ ਲੋਕਾਂ ਦੇ ਵੱਡੇ ਵੱਡੇ ਦਾਅਵੇ ਆ ਕਿ ਅਸੀਂ ਇਸ ਤਰੀਕੇ ਭੇਜਾਂਗੇ, ਇਸ ਤਰੀਕੇ ਭੇਜਾਂਗੇ, ਅਤੇ ਲੋਕਾਂ ਨੂੰ ਜਿਹੜਾ ਆ ਪੂਰੇ ਉਹ ਵੱਲ ਢੰਗ ਰੰਗ ਦੱਸਦੇ ਆ ਕਿ ਕਿਸ ਤਰੀਕੇ ਬਾਹਰ ਜਾਊਗਾ। ਅਮਰੀਕਾ ਤੋਂ ਵਾਪਸ ਭੇਜਿਆ ਗਿਆ ਪੰਜਾਬੀ ਬੰਦਾ ਦਿੱਲੀ ਦੇ ਹਵਾਈ ਅੱਡੇ ਉੱਤੇ ਪਹੁੰਚ ਕੇ ਦੱਸਦਾ ਹੈ ਕਿ ਜੰਗਲ ਵਿੱਚ ਲੰਘਦੇ ਹੋਏ ਉਸਨੇ ਲਾਸ਼ ਦੇਖੀ ਜਿਸ ਦੀ ਬਾਂਹ ਵਿੱਚ ਕੜਾ ਸੀ ਤੇ ਕੜੇ ਦਾ ਜ਼ਿਕਰ ਕੋਈ ਮਾਣਾ ਸਿਰਜਦਾ ਹੈ। ਇਸ ਮਾਣੇ ਦੇ ਕੁਥਾਵੇਂ ਹੋਣ ਦੀ ਗੁੰਜਾਇਸ਼ ਕਾਇਮ ਰਹਿੰਦੀ ਹੈ, ਪਰ ਕਿਸੇ ਵੀ ਹਾਲਤ ਵਿੱਚ ਲਵਾਰਸ ਲਾਸ਼ ਦੇ ਵਾਰਿਸ ਦੀ ਦੱਸ ਨਹੀਂ ਪੈਂਦੀ। ਉਹ ਬੇਨਕਸ਼ੇ ਜੀ ਦੀ ਦੱਸ ਪੈਣ ਤੋਂ ਨਕਸ਼ ਨਹੀਂ ਉਗੜਦੇ। ਇਹ ਤਰਾਸਦੀ ਦੀ ਥਾਹ ਪਾਉਣ ਦਾ ਹਰ ਉਪਰਾਲਾ ਊਣਾ ਰਹਿ ਜਾਂਦਾ। ਪਤਾ ਤਾਂ ਲੱਗ ਹੀ ਜਾਂਦਾ ਕਿ ਕੜਾ ਤਾਂ ਪੰਜਾਬੀ ਹੀ ਪਾਉਂਦੇ ਆ, ਸਿੱਖ ਪਰਿਵਾਰ ਦਾ ਹੀ ਕੋਈ ਹੋਊਗਾ ਜਿਹੜਾ ਉੱਥੇ ਇਸ ਤਰੀਕੇ ਨਾਲ ਮਰ ਗਿਆ, ਜਿਹਦੇ ਕੋਈ ਨੈਣ ਨਕਸ਼ ਕੋਈ ਉਗੜ ਕੇ ਸਾਹਮਣੇ ਨਹੀਂ ਆਏ। ਕੌਣ ਸੀ, ਕਿਹਦਾ ਸੀਗਾ, ਕਿਹੜੇ ਰਾਹਾਂ ਦੇ ਉੱਤੇ ਜਾ ਕੇ ਰੁਲ ਗਿਆ? ਗੱਲ ਵਾਕਈ ਤਰਾਸਦਿਕ ਸਥਿਤੀਆਂ ਦੀ ਹੈ। ਤੇ ਇਸ ਗੈਰ ਕਾਨੂੰਨੀ ਤਾਣੇ ਦੀਆਂ ਕੁਝ ਤੰਦਾਂ ਬੇਪਰਦ ਹੁੰਦੀਆਂ ਨੇ। ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ ਜਾਂ ਜਥੇਬੰਦੀਆਂ ਇਸ ਧੰਦੇ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਦੀਆਂ ਸਿਫਾਰਿਸ਼ਾਂ ਕਰਦੇ ਰਹਿੰਦੇ ਨੇ। ਇਸ ਮਸ਼ਕ ਵਿੱਚੋਂ ਸਰਕਾਰੀ ਕਾਰਵਾਈ ਦੇ ਘੇਰੇ ਵਿੱਚ ਆਏ ਜਾਂ ਸਰਕਾਰੀ ਮਾਨਤਾ ਨਾਲ ਧੰਦਾ ਕਰਦੇ ਜੀਆਂ ਦਾ ਅੰਕੜਾ ਹੀ ਸਾਹਮਣੇ ਆਉਂਦਾ ਆ। ਇਹ ਰੁਝਾਨ ਕਿਸੇ ਦਲੀਲ ਵਿੱਚ ਬੰਨੇ ਜਾਣ ਤੋਂ ਇਨਕਾਰ ਕਰਦਾ ਆ। ਇਸ ਦੇ ਕਾਰਨ ਜਾਗਰੂਕਤਾ ਦੀ ਘਾਟ ਗੈਰ ਕਾਨੂੰਨੀ ਤਰੀਕਿਆਂ ਅਤੇ ਬੇਰੁਜ਼ਗਾਰੀ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਇੱਥੇ ਗੱਲ ਕਰਦੇ, ਜੇ ਇੰਝ ਹੀ ਹੁੰਦਾ ਤੇ ਜਦੋਂ ਮਾਲਟਾ ਕਾਂਡ ਦੀ ਬੇਕਰਕੀ ਬੇਪਰਦ ਹੋ ਰਹੀ ਸੀ ਤਾਂ ਦੋ ਭਰਾ ਪ੍ਰਦੀਪ ਅਤੇ ਵਿਜੇ ਜਹਾਜ਼ ਦੇ ਟਾਇਰਾਂ ਲਾਗੇ ਲੁਕ ਕੇ ਬਰਤਾਨੀਆ ਪੁੱਜਣ ਦਾ ਉਪਰਾਲਾ ਕਿਵੇਂ ਕਰਦੇ ਆ? ਇੰਝ ਸਫ਼ਰ ਕਰਨ ਦੇ ਖਤਰੇ ਦਾ ਅਹਿਸਾਸ ਕਰਨ ਲਈ ਤਾਂ ਕੋਈ ਗਿਆਨ ਦਰਕਾਰ ਹੀ ਨਹੀਂ ਹੈ। ਕਿੰਨਾ ਭਿਆਨਕ ਸਫ਼ਰ ਹੋਊਗਾ ਜਿਹੜਾ ਉਹਨਾਂ ਦੋਵਾਂ ਨੇ ਕਰਕੇ ਉਹ ਬਰਤਾਨੀਆ ਪੁੱਜੇ। ਪ੍ਰਵਾਸ ਕਰਨ ਵਾਲਿਆਂ ਦੇ ਖਤਰਿਆਂ ਦਾ ਅੰਦਾਜ਼ਾ ਹੁਣ ਕਿਸੇ ਵੀ ਥਾਂ ਤੋਂ ਲੁਕਿਆ ਹੋਇਆ ਨਹੀਂ ਹੈ। ਜਦੋਂ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਤੋਂ ਪਰਤਾਏ ਗਏ ਪ੍ਰਵਾਸੀਆਂ ਦੇ 2 ਜਹਾਜ਼ ਦਿੱਲੀ ਪੁੱਜੇ ਤਾਂ ਇਹਨਾਂ ਵਿੱਚ ਸਵਾਰ ਜ਼ਿਆਦਾਤਰ ਮੁਸਾਫਰ ਮੈਕਸੀਕੋ ਰਾਹੀਂ ਅਮਰੀਕਾ ਵਿੱਚ ਜਾਣ ਦੇ ਉਹਨਾਂ ਤਰੱਦਦਾਂ ਦੇ ਵਿੱਚੋਂ ਜਿਹੜੇ ਉਹਨਾਂ ਨੇ ਕੀਤੇ ਸੀ ਉਸ ਦੌਰਾਨ ਹੀ ਫੜੇ ਗਏ। ਨਾ ਸਾਰਿਆਂ ਨੂੰ ਆਪਣੇ ਰਾਹ ਵਿੱਚ ਆਉਣ ਵਾਲੇ ਖਤਰਿਆਂ ਦੀ ਪੁਖਤਾ ਜਾਣਕਾਰੀ ਸੀਗੀ, ਫਿਰ ਵੀ ਗਏ ਆ। ਇੰਟਰਨੈਟ ਦੇ ਦੌਰ ਵਿੱਚ ਅਜਿਹੀ ਜਾਣਕਾਰੀ ਦੀ ਘਾਟ ਨਹੀਂ ਹੈ ਜਿਸ ਤਰ੍ਹਾਂ ਹੀ ਗੈਰ ਕਾਨੂੰਨੀ ਪ੍ਰਵਾਸ ਦੇ ਰਾਹ ਵਿੱਚ ਆਉਂਦੀਆਂ ਔਕੜਾਂ ਦੀ ਤਫਸੀਲ ਮਿਲਦੀ ਹੈ। ਇਹਨਾਂ ਅੰਕੜਿਆਂ ਨਾਲ ਨਜਿੱਠਣ ਦੇ ਕਾਇਦਾ ਨੁਮਾ ਵੀਡੀਓ ਇੰਟਰਨੈਟ ਉੱਤੇ ਮਿਲਦੇ ਆ। ਰੂਮ ਸਾਗਰ ਦਾ ਤਰਾਸਦੀ ਮੰਚ ਪਹਿਲਾਂ 1980ਵਿਆਂ ਤੋਂ ਪ੍ਰਵਾਸ ਦੀ ਤਰਾਸਦੀ ਦਾ ਮੰਚ ਰੂਮ ਸਾਗਰ ਹੁੰਦਾ ਸੀ, ਜਿਸ ਰਾਹੀਂ ਏਸ਼ੀਆ ਅਤੇ ਅਮਰੀਕਾ ਦੇ ਲੋਕ ਯੂਰਪੀ ਮੁਲਕਾਂ ਵਿੱਚ ਜਾਣ ਦੇ ਮੌਕੇ ਭਾਲਦੇ ਸਨ। ਅਰਬ ਅਤੇ ਖਾੜੀ ਮੁਲਕਾਂ ਵਿੱਚ ਜੰਗ ਅਤੇ ਖਾਨਾ ਜੰਗੀ ਨੇ ਯੂਰਪੀ ਮੁਲਕਾਂ ਦੀਆਂ ਸਮੁੰਦਰ ਵਿੱਚ ਹਮਲਾਵਰ ਗਸ਼ਤਾਂ ਦੇ ਬਾਵਜੂਦ ਰੂਮ ਸਾਗਰ ਦੇ ਮਨੁੱਖੀ ਤਸਕਰੀ ਦਾ ਕਾਰੋਬਾਰ ਨੂੰ ਵਧਾਉਣ ਦਾ ਕੰਮ ਕੀਤਾ ਹੈ। ਹੁਣ ਸਾਡੇ ਇੱਥੇ ਪੰਜਾਬ ਦੇ ਵਿੱਚ ਇੱਕ ਹੋਰ ਵੀ ਵੱਡੀ ਤਰਾਸਦਿਕ ਸਥਿਤੀ ਹੈ ਕਿ ਸਾਡੇ ਲੋਕ ਜ਼ਮੀਨਾਂ ਵੇਚ ਕੇ ਬਾਹਰ ਜਾਂਦੇ ਆ, ਪੈਲੀਆਂ ਵੇਚ ਕੇ ਬਾਹਰ ਤੁਰੇ ਜਾਂਦੇ ਆ। ਹੈਗਾ, ਤੁਸੀਂ ਜਿਹੜੇ ਸੁਣ ਰਹੇ ਹੋ ਵਿਦੇਸ਼ ਬੈਠੇ ਹੋ, ਤੁਸੀਂ ਕਿਸ ਤਰੀਕੇ ਨਾਲ ਆਏ ਹੋ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਤੁਹਾਡਾ ਪਰਿਵਾਰ ਚੰਗੀ ਤਰ੍ਹਾਂ ਜਾਣਦੇ ਆ। ਬਹੁਤੇ ਤੁਹਾਡੇ 'ਚ ਇਹੋ ਜਿਹੇ ਵੀ ਆ ਜਿਹੜੇ ਸੱਚੀ ਮੁੱਚੀ ਜ਼ਮੀਨਾਂ ਵਿੱਚ ਕੇ ਇੱਥੇ ਆ ਕੇ ਬੈਠੇ ਹੋਏ ਆ। ਗੱਲਾਂ ਸੁਣ ਕੇ ਤੁਹਾਨੂੰ ਮੇਰੀਆਂ ਬਹੁਤ ਅਜੀਬ ਲੱਗੂਗਾ ਔਰ ਸ਼ਾਇਦ ਕੋਈ ਇੱਕਾ ਦੁੱਕਾ ਤੁਸੀਂ ਗੱਲ ਵੀ ਪੁੱਠੀ ਸਿੱਧੀ ਮੇਰੇ ਪ੍ਰਤੀ ਕਰਦੇ ਹੋ ਕਿ ਮੈਂ ਕੀ ਤੁਹਾਨੂੰ ਕਹੀ ਜਾਂਦਾ। ਇਹ ਗੱਲਾਂ ਸੱਚੀਆਂ, ਮੈਂ ਇੱਥੇ ਬੈਠਾ ਇਹ ਗੱਲਾਂ ਸੱਚੀਆਂ ਤੁਹਾਡੇ ਨਾਲ ਤਾਂ ਹੀ ਕਰੀ ਜਾਂਦਾ ਹੈ ਕਿ ਜਿਹੜੇ ਹਾਲਾਤਾਂ 'ਚੋਂ ਟੱਪ ਕੇ ਗਏ ਹੋ ਇਹਦੇ ਵਿੱਚ ਵੱਡੀ ਬਲੀ ਜਿਹੜੀ ਆ ਤੁਸੀਂ ਆਪਣੀਆਂ ਜੱਦੀ ਜ਼ਮੀਨਾਂ ਜਾਇਦਾਦਾਂ ਦੀ ਦਿੱਤੀ ਆ। ਪੈਲੀਆਂ ਵੇਚ ਕੇ ਵਿਦੇਸ਼ ਜਾਂਦੇ ਆ ਪੰਜਾਬੀ। ਬੂਹੇ ਬਾਰੀਆਂ ਦਾ ਚਲਾਵਾਂ ਖਾਸਾ ਸੀਰੀਆ ਤੋਂ ਉਜੜਿਆਂ ਨੇ ਤੁਰਕੀ, ਗਰੀਸ ਅਤੇ ਜਿਹੜੇ ਆ
ਇਸ ਤਰੀਕੇ ਦੇ ਮੁਲਕਾਂ ਰਾਹੀਂ ਯੂਰਪ ਦੇ ਦੂਜੇ ਮੁਲਕਾਂ ਤੱਕ ਜਾਣ ਦੇ ਰਾਹ ਅਖਤਿਆਰ ਕੀਤੇ ਆ, ਪਰ ਰਾਹ ਵਿੱਚ ਪੈਂਦੇ ਮੁਲਕਾਂ ਦੀਆਂ ਪੇਸ਼ਬੰਦੀਆਂ ਨੇ ਕੋਈ ਰਾਹ ਪੱਕਾ ਨਹੀਂ ਹੋਣ ਦਿੱਤਾ। ਬੇਕਰਿਆਂ ਨੇ ਸਰਹੱਦਾਂ ਦੀ ਕਿਲ੍ਹੇਬੰਦੀ ਕਾਮਯਾਬ ਨਹੀਂ ਹੋਣ ਦਿੱਤੀ। ਮਿਸਰ, ਲੀਬੀਆ, ਟੂਨੀਸ਼ੀਆ ਤੇ ਅਲਜੀਰੀਆ ਦੇ ਖਰਾਬ ਹਾਲਾਤਾਂ ਨੇ ਪਨਾਹਗੀਰਾਂ ਤੇ ਤਸਕਰਾਂ ਦੀ ਬੇਵਸਾਈ ਵਿੱਚ ਵਾਧਾ ਕੀਤਾ ਆ। ਇੱਥੇ ਇਸ ਤੋਂ ਇਲਾਵਾ ਜਿਹੜੇ ਲੋਕਾਂ ਦੀ ਗੱਲ ਕਰਦੇ ਆ, ਇੱਕ ਤਾਂ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਇਸ ਤਰ੍ਹਾਂ ਡੌਂਕੀਆਂ ਬਾਰਡਰਾਂ ਦੇ ਜ਼ਰੀਏ ਦਰਿਆ, ਸਮੁੰਦਰ, ਜੰਗਲ ਪਾਰ ਕਰਦੇ ਜਾਂਦੇ ਆ, ਪਰ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਵਾਈ ਜਹਾਜ਼ਾਂ ਰਾਹੀਂ ਵਿਦੇਸ਼ ਪੁੱਜ ਰਹੇ ਆ। ਪੂਰਬੀ ਯੂਰਪੀ ਮੁਲਕਾਂ ਵਿੱਚ ਪੁੱਜਦੇ ਆ ਜਾਂ ਫਿਰ ਆਰਜੀ ਵੀਜ਼ਾ, ਜਿਵੇਂ ਕਿ ਸੈਲਾਨੀ ਹੋ ਗਏ, ਵਿਦਿਆਰਥੀ ਹੋ ਗਏ, ਵਪਾਰੀ ਹੋ ਕੇ, ਇਹ ਸਾਰੇ ਪੱਛਮੀ ਯੂਰਪ ਵਿੱਚ ਪੁੱਜਦੇ ਆ। ਇੱਕ ਤੋਂ ਦੂਜੀ ਥਾਂ ਜਾਣ ਲਈ ਹਰ ਹਰਬਾ ਵਰਤਦੇ ਆ, ਯਾਨੀ ਕਿ ਉਹ ਕਹਿੰਦੇ ਚਲੋ ਛੋਟੇ ਮੋਟੇ ਮੁਲਕਾਂ ਤੱਕ ਇੱਕ ਵਾਰੀ ਜਾ ਆਈਏ, ਉਸ ਤੋਂ ਬਾਅਦ ਫਿਰ ਵੱਡੇ ਮੁਲਕਾਂ ਵੱਲ ਨਹੀਂ ਜਾਵਾਂਗੇ। ਇੱਦਾਂ ਦੀ ਉਹਨਾਂ ਦੀ ਆਦਤ ਬਣੀ ਹੋਈ ਆ। ਤੇ ਦਿੱਲੀ ਤੋਂ ਜਹਾਜ਼ ਦੇ ਟਾਇਰਾਂ ਵਿੱਚ ਲੁੱਕ ਕੇ ਲੰਡਨ ਪਹੁੰਚਣ ਦੀ ਕਹਾਣੀ ਦੇ ਪਾਤਰ ਵੀ ਪੰਜਾਬੀ ਹਨ। ਰੇਗਿਸਤਾਨ, ਜੰਗਲਾਂ ਤੇ ਸਮੁੰਦਰ ਰਾਹਾਂ ਦੀਆਂ ਦੁਸ਼ਵਾਰੀਆਂ ਅਨੇਕਾਂ ਜਾਨਾਂ ਲੈ ਚੁੱਕੀਆਂ ਨੇ। ਪ੍ਰਵਾਸ ਦਾ ਘੇਰਾ ਪੰਜਾਬ ਜਾਂ ਗੁਜਰਾਤ ਤੱਕ ਨਹੀਂ, ਬਲਕਿ ਦੁਨੀਆ ਭਰ ਦੀ ਇਹ ਕਹਾਣੀ ਆ, ਇਕੱਲੀ ਸਾਡੇ ਮੁਲਕ ਦੀ ਨਹੀਂ। ਪਰ ਬੀਤੇ ਦੌਰ ਵਿੱਚ ਪ੍ਰਵਾਸ ਦੀ ਤਰਾਸਦੀ ਦਾ ਮੰਚ ਕਈ ਟੋਟਿਆਂ ਵਿੱਚ ਵੰਡਿਆ ਗਿਆ, ਇਸ ਦਾ ਪਸਾਰਾ ਵੀ ਹੋਇਆ ਆ। ਕੈਰੀਬੀਅਨ ਸਾਗਰ ਅਤੇ ਮੈਕਸੀਕੋ ਦੀ ਖਾੜੀ ਵਿੱਚ ਏਸ਼ੀਆ, ਅਫਰੀਕਾ ਅਤੇ ਲਤੀਨੀ ਅਮਰੀਕਾ ਤੋਂ ਉੱਤਰੀ ਅਮਰੀਕਾ ਜਾਣ ਦਾ ਤਰੱਦਦ ਕਰਨ ਵਾਲੇ ਕਿਸ਼ਤੀਆਂ ਰਾਹੀਂ ਮਿਆਮੀ ਤੋਂ ਮੈਕਸੀਕੋ ਤੱਕ ਦੇ ਸਮੁੰਦਰ ਕੰਢੇ ਆਪਣਾ ਦਾ ਲਗਾ ਰਹੇ ਨੇ, ਜਾਂ ਮੈਕਸੀਕੋ ਦੇ ਜੰਗਲਾਂ ਵਿੱਚੋਂ ਮਨੁੱਖੀ ਤਸਕਰਾਂ ਦੇ ਸਹਾਰੇ ਅਮਰੀਕਾ ਦੀ ਸਰਹੱਦ ਜਿਹੜੀ ਆ ਪਾਰ ਕਰਨ ਦਾ ਮੌਕਾ ਤਾੜਦੇ ਨੇ। ਪੰਜਾਬ ਵਿੱਚ ਅਮਰੀਕਾ ਪੁੱਜਣ ਲਈ ਤਰੱਦਦ ਕਰਨ ਵਾਲੇ ਕੁਝ ਮੁੰਡਿਆਂ ਦੀਆਂ ਆਖਰੀ ਤਸਵੀਰਾਂ ਬਹਾਮਾਸ ਤੋਂ ਆਈਆਂ ਨੇ। ਫਰਵਰੀ 2019 ਵਿੱਚ ਬਹਾਮਾਸ ਪਹੁੰਚਣ ਦਾ ਉਪਰਾਲਾ ਕਰਦੇ 28 ਹੌਤੀ ਵਾਸੀਆਂ ਦੇ ਪ੍ਰਵਾਸ ਦਾ ਉਪਰਾਲਾ ਇਸੇ ਸਮੁੰਦਰ ਦੀਆਂ ਛੱਲਾਂ ਉੱਤੇ 70 ਵਜੋਂ ਵਿਛਿਆ ਸੀਗਾ। ਇੱਥੇ ਮੈਂ ਇੱਕ ਗੱਲ ਕਰਨੀ ਚਾਹੂੰਗਾ, ਬਠਿੰਡੇ ਦੇ ਲਾਗੇ ਦਾ ਜਬਰ ਜੰਗ ਸਿੰਘ ਅਮਰੀਕਾ ਤੋਂ ਪਰਤਾਏ ਗਏ ਪੰਜਾਬੀਆਂ ਵਿੱਚ ਸ਼ਾਮਲ ਸੀ। ਉਹ ਦਿੱਲੀ ਦੇ ਹਵਾਈ ਅੱਡੇ ਉੱਤੇ ਦੱਸਦਾ ਸੀ ਕਿ ਇੱਕ ਕਿਸ਼ਤੀ ਵਿੱਚ ਕੋਈ ਪੰਜਾਬੀ ਪਿਓ ਪੁੱਤ ਸਵਾਰ ਸਨ। ਜ਼ਮੀਨੀ ਖਿੱਤੇ ਤੋਂ ਜਾਣ ਵਾਲਿਆਂ ਨੂੰ ਕੈਰੀਬੀਅਨ ਸਾਗਰ ਦੇ ਮਨੁੱਖੀ ਤਸਕਰਾਂ ਦੀਆਂ ਕਿਸ਼ਤੀਆਂ ਦੀ ਝੋਲ ਬੋਚਣ ਦੀ ਜਾਂਚ ਕਿੱਥੋਂ ਆਉਣੀ ਸੀ, ਕਿਉਂਕਿ ਤੁਸੀਂ ਤਾਂ ਜ਼ਮੀਨ ਤੋਂ ਗਏ ਹੋ, ਸੁੱਖੀ ਤੋਂ, ਤੁਹਾਨੂੰ ਸਮੁੰਦਰ ਦੀਆਂ ਕਿਸ਼ਤੀਆਂ ਵਿੱਚ ਕੀ ਪਤਾ ਵੀ ਕਿੱਧਰੋਂ ਕਿੱਧਰ ਨੂੰ ਜਾਣਾ, ਕਿਹੜਾ ਰਾਹ, ਕਿਹੜਾ ਰੂਟ ਆ। ਤਾਂ ਹੋਇਆ ਕਿ ਪਿਓ ਦੇ ਸਮੁੰਦਰ ਵਿੱਚ ਡਿੱਗ ਜਾਣ ਤੋਂ ਬਾਅਦ ਕਿਸ਼ਤੀ ਨਹੀਂ ਰੁਕੀ ਅਤੇ ਪੁੱਤ ਦੇ ਸਿਰ ਉੱਤੇ ਸਮੁੰਦਰ ਵਿੱਚ ਸੁੱਟ ਦਿੱਤੇ ਜਾਣ ਦਾ ਖਤਰਾ ਖੜਾ ਸੀ। ਦੇਸ਼ ਦਾ ਕੋਈ ਨਕਸ਼ ਨਹੀਂ ਉਗੜਦਾ ਕਿ ਪੁੱਤ ਦਾ ਅਗਲਾ ਸਫ਼ਰ ਕਿਸ ਮੰਜ਼ਿਲ ਤੱਕ ਪਹੁੰਚਿਆ ਜਾਂ ਉਸ ਦਾ ਅੱਖੀ ਦੇਖਿਆ ਪੰਜਾਬ ਵਿੱਚ ਕਿੰਨਾ ਸ਼ਬਦਾਂ ਰਾਹੀਂ ਪਹੁੰਚਿਆ। ਕਿੱਡੀ ਹੈਰਾਨੀ ਦੀ ਗੱਲ ਹੈ ਇਹ। ਇਹਨਾਂ ਕਿਸ਼ਤੀਆਂ ਰਾਹੀਂ ਜਿਹੜੇ ਅਮਰੀਕਾ ਨਹੀਂ ਪੁੱਜਦੇ ਉਹ ਮੈਕਸੀਕੋ ਵਿੱਚ ਸਮੁੰਦਰੀ ਕੰਢੇ ਲੱਗਦੇ ਨੇ। ਉਸ ਤੋਂ ਬਾਅਦ ਮੈਕਸੀਕੋ ਦੇ ਦੱਖਣ ਤੋਂ ਉੱਤਰ ਤੱਕ ਅਮਰੀਕਾ ਦੀ ਸਰਹੱਦੀ ਕੰਧ ਦਾ ਸਫ਼ਰ ਤਸਕਰਾਂ ਦੀ ਨਿਗਰਾਨੀ ਵਿੱਚ ਹੁੰਦਾ ਹੈ। ਇਹਨਾਂ ਦੁਸ਼ਵਾਰੀਆਂ ਤੋਂ ਬਾਅਦ ਇਸ ਸਫ਼ਰ ਦੀ ਮੰਜ਼ਿਲ ਅਮਰੀਕਾ ਦੇ ਬੰਦੀਖਾਨੇ ਹੋ ਸਕਦੇ ਨੇ। ਇਹ ਬੰਦੀਖਾਨੇ ਅਮਰੀਕਾ ਦੀ ਮੈਕਸੀਕੋ ਨਾਲ ਲੱਗਦੀ ਸਰਹੱਦ ਦੇ ਨਾਲ ਮੈਕਸੀਕੋ ਦੀ ਖਾੜੀ ਨਾਲ ਲੱਗਦੇ ਫਲੋਰੀਡਾ ਤੱਕ ਫੈਲੇ ਹੋਏ ਨੇ। ਤਾਂ ਇੱਥੇ ਪੰਜਾਬੀਆਂ ਦੇ ਦੂਜੇ ਮੁਲਕਾਂ ਵਿੱਚ ਜਾਣ ਦਾ ਜਿਹੜਾ ਰੁਝਾਨ ਹੈ, ਵਿਦਿਆਰਥੀ ਵੀਜ਼ੇ ਦੀ ਖੁੱਲ੍ਹ ਹੈ, ਸੈਲਾਨੀ ਵੀਜ਼ੇ ਦੇ ਸੁਖਾਲੇ ਹੋਣ ਅਤੇ ਇਮੀਗ੍ਰੇਸ਼ਨ ਦੀਆਂ ਯੋਜਨਾਵਾਂ ਤਹਿਤ ਕਾਫੀ ਤੇਜ਼ ਹੋਇਆ। ਆਈਲੈਟਸ ਕੇਂਦਰਾਂ ਨਾਲ ਜੁੜੇ ਵੀਜ਼ਾ ਅਤੇ ਵਿਆਹ ਦੇ ਵਪਾਰ ਨੇ ਇਸ ਰੁਝਾਨ ਨੂੰ ਤੇਜ਼ ਕੀਤਾ ਆ। ਇਸ ਰੁਝਾਨ ਵਿੱਚ ਪੰਜਾਬ ਇਕੱਲਾ ਨਹੀਂ ਹੈ। ਇਸ ਲਈ ਪੰਜਾਬ ਦੇ ਹਿੱਸੇ ਉਹ ਸਾਰੀਆਂ ਕਾਮਯਾਬੀਆਂ ਅਤੇ ਨਾਕਾਮਯਾਬੀਆਂ ਆਉਣੀਆਂ ਤੈਅ ਜਾਪਦੀਆਂ ਨੇ ਜੋ ਸੀਰੀਆ ਜਾਂ ਅਫਗਾਨਿਸਤਾਨ ਤੋਂ ਉਜੜੇ ਲੋਕਾਂ ਦੇ ਹਿੱਸੇ ਆਉਣੀਆਂ ਹਨ ਤੇ ਜਿਨ੍ਹਾਂ ਦੇ ਭਾਰਤ ਵਿੱਚ ਬਣੇ ਨਵੇਂ ਕਾਨੂੰਨਾਂ ਤਹਿਤ ਮੁਸਲਮਾਨ ਆਬਾਦੀ ਦੇ ਹਿੱਸੇ ਆਉਣ ਦੇ ਖਦਸ਼ੇ ਬਣੇ ਹੋਏ ਨੇ। ਪ੍ਰਵਾਸੀਆਂ ਬਾਬਤ ਯੂਨਾਈਟਿਡ ਨੇਸ਼ਨ ਦੇ ਡਿਪਾਰਟਮੈਂਟ ਆਫ ਇਕਨੋਮਿਕਸ ਐਂਡ ਸੋਸ਼ਲ ਅਫੇਅਰਸ ਨੇ ਕੁਝ ਅਹਿਮ ਅੰਕੜੇ ਜਾਰੀ ਕੀਤੇ ਨੇ। ਇਹਨਾਂ ਅੰਕੜਿਆਂ ਤੋਂ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਪ੍ਰਵਾਸੀਆਂ ਵਿੱਚ ਪ੍ਰਵਾਸ ਜਬਰ ਅਤੇ ਪ੍ਰਵਾਸ ਰਜ਼ਾ ਦੇ ਦੋਵੇਂ ਪੱਖ ਸ਼ਾਮਲ ਨੇ। ਇਸ ਵਿੱਚ ਸਿਆਸੀ, ਸਮਾਜਿਕ, ਆਰਥਿਕ ਹਾਲਾਤ ਅਤੇ ਕੁਦਰਤੀ ਆਫਤਾਂ ਨਾਲ ਬੇਘਰ ਹੋਣ ਤੋਂ ਬਾਅਦ ਪਨਾਹਗੀਰਾਂ ਵਜੋਂ ਦੂਜੇ ਮੁਲਕਾਂ ਵਿੱਚ ਜਾਣ ਵਾਲੇ ਲੋਕ ਸ਼ਾਮਲ ਨੇ। ਇਹਨਾਂ ਵਿੱਚ ਜ਼ਿੰਦਗੀ ਦੇ ਬਿਹਤਰ ਮੌਕਿਆਂ, ਵਿੱਦਿਆ, ਵਪਾਰ ਅਤੇ ਖੁਸ਼ਹਾਲੀ ਲਈ ਇੱਕ ਮੁਲਕ ਤੋਂ ਦੂਜੇ ਮੁਲਕ ਵਿੱਚ ਜਾ ਰਹੇ ਲੋਕ ਵੀ ਸ਼ਾਮਲ ਨੇ, ਜਿਨ੍ਹਾਂ ਦਾ ਮੈਂ ਸ਼ੁਰੂਆਤੀ ਦੌਰ 'ਚ ਜ਼ਿਕਰ ਕੀਤਾ ਸੀਗਾ ਕਿ ਉਹਨਾਂ ਨੂੰ ਲੱਗਦਾ ਕਿ ਸਾਡੇ ਮੁਲਕ 'ਚ ਕੰਮ ਨਹੀਂ, ਸਾਡੇ ਮੁਲਕ ਦੀ ਬਜਾਏ ਬਾਹਰ ਕੰਮ ਜ਼ਿਆਦਾ ਹੈ, ਉੱਥੇ ਜ਼ਿੰਦਗੀ ਜ਼ਿਆਦਾ ਸੁਰੱਖਿਅਤ ਹੈ, ਉੱਥੋਂ ਦਾ ਵਾਤਾਵਰਨ, ਚੌਗਿਰਦਾ, ਖਾਣ ਪਾਣ ਸਭ ਕੁਝ ਵਧੀਆ। ਇਸ ਚੀਜ਼ ਨੇ
ਅੰਦਰ ਘਰ ਕਰ ਲਿਆ, ਇਸ ਕਰਕੇ ਸਾਰੇ ਬਾਹਰ ਨੂੰ ਭੱਜ ਰਹੇ ਨੇ। ਇੱਥੇ ਅਗਰ ਇੰਡੀਆ ਦੀ ਗੱਲ ਕੀਤੀ ਜਾਵੇ ਤੇ ਕਿ ਜਿਹੜਾ ਕੌਮਾਂਤਰੀ ਪ੍ਰਵਾਸ ਹੋ ਰਿਹਾ ਆ, ਇਸ ਵਿੱਚ ਸਭ ਤੋਂ ਵੱਡਾ 1.75 ਕਰੋੜ ਹਿੱਸਾ ਹੈ। ਦੂਜੀ ਥਾਂ ਮੈਕਸੀਕੋ 1.18 ਕਰੋੜ ਅਤੇ ਤੀਜੇ ਥਾਂ ਉੱਤੇ ਚੀਨ 1.7 ਕਰੋੜ ਹੈ। ਇਸ ਤੋਂ ਬਾਅਦ ਰੂਸ 1.5 ਕਰੋੜ, ਸੀਰੀਆ 82 ਲੱਖ ਆਉਂਦੇ ਆ। ਕੌਮਾਂਤਰੀ ਪ੍ਰਵਾਸੀਆਂ ਵਿੱਚ ਔਰਤਾਂ ਦਾ ਹਿੱਸਾ 2000 ਤੋਂ 2019 ਦੌਰਾਨ 49.3% ਤੋਂ 47.9% ਹੋ ਗਿਆ। ਉੱਤਰੀ ਅਮਰੀਕਾ ਵਿੱਚ ਆਉਣ ਵਾਲੇ ਪ੍ਰਵਾਸੀਆਂ ਵਿੱਚੋਂ 51.8% ਔਰਤਾਂ ਆ। ਯੂਰਪ ਵਿੱਚ ਫਸੇ ਪ੍ਰਵਾਸੀਆਂ ਵਿੱਚ 51.4% ਔਰਤਾਂ ਆਉਂਦੀਆਂ ਨੇ। ਕੌਮਾਂਤਰੀ ਪ੍ਰਵਾਸੀਆਂ ਵਿੱਚ 14% ਦੀ ਉਮਰ 20 ਸਾਲ ਤੋਂ ਘੱਟ ਹੈ ਅਤੇ 74% ਦੀ ਉਮਰ 20 ਤੋਂ 64 ਸਾਲਾਂ ਦੇ ਵਿਚਕਾਰ ਹੈ। ਤਾਂ ਦੁਨੀਆ ਭਰ ਦੇ ਪ੍ਰਵਾਸੀਆਂ ਦਾ 2/3 ਹਿੱਸਾ ਜਿਹੜਾ ਤਕਰੀਬਨ 20 ਮੁਲਕਾਂ ਦੇ ਵਿੱਚ ਟਿਕਿਆ ਹੋਇਆ। 20 ਮੁਲਕਾਂ ਦੀ ਮੈਂ ਗੱਲ ਕਰ ਰਿਹਾ। ਅਮਰੀਕਾ ਦੇ ਹਿੱਸੇ ਪ੍ਰਵਾਸੀਆਂ ਦਾ 19% ਹਿੱਸਾ ਆਇਆ, ਜਿਸ ਦੀ ਗਿਣਤੀ 5.1 ਕਰੋੜ ਬਣਦੀ ਹੈ। ਜਰਮਨੀ ਅਤੇ ਸਾਊਦੀ ਅਰਬ ਵਿੱਚ ਪ੍ਰਵਾਸੀਆਂ ਦੀ ਗਿਣਤੀ ਤਕਰੀਬਨ ਬਰਾਬਰ ਹੈ ਅਤੇ ਦੋਵਾਂ ਮੁਲਕਾਂ ਦੇ ਹਿੱਸੇ ਵਿੱਚ ਆਪੋ ਆਪਣੇ 1.3 ਕਰੋੜ ਪ੍ਰਵਾਸੀ ਆਏ ਨੇ। ਰੂਸ ਵਿੱਚ 1.2 ਕਰੋੜ ਅਤੇ ਬਰਤਾਨੀਆ ਵਿੱਚ ਕਰੋੜ ਪ੍ਰਵਾਸੀ ਨੇ। ਦੁਨੀਆ ਭਰ ਦੇ ਪ੍ਰਵਾਸੀਆਂ ਵਿੱਚੋਂ 6.1 ਕਰੋੜ ਦੀ ਪੈਦਾਇਸ਼ ਯੂਰਪੀ ਮੁਲਕਾਂ ਦੇ ਵਿੱਚ ਹੋਈ ਆ। 5 ਕਰੋੜ ਦੀ ਪੈਦਾਇਸ਼ ਕੇਂਦਰੀ ਅਤੇ ਦੱਖਣੀ ਏਸ਼ੀਆ ਵਿੱਚ ਹੋਈ ਆ। ਲਤੀਨੀ ਅਮਰੀਕਾ ਅਤੇ ਕੈਰੀਬੀਅਨ ਮੂਲ ਦੇ ਕੌਮਾਂਤਰੀ ਪ੍ਰਵਾਸੀਆਂ ਦੀ ਗਿਣਤੀ ਤਕਰੀਬਨ 4 ਕਰੋੜ ਹੈ। ਪੂਰਬੀ ਅਤੇ ਦੱਖਣੀ ਪੂਰਬੀ ਏਸ਼ੀਆਈ ਮੂਲ ਦੇ 3.7 ਕਰੋੜ ਲੋਕ ਕੌਮਾਂਤਰੀ ਪ੍ਰਵਾਸੀ ਨੇ। ਤਾਂ ਸੋ ਇਸ ਕਰਕੇ ਇੰਡੀਆ ਤਾਂ ਜਿਹੜਾ ਜਾਂਦਾ ਹੀ ਆ, ਪੰਜਾਬ ਤਾਂ ਜਿਹੜਾ ਜਾਂਦਾ ਹੀ ਆ, ਪੂਰੀ ਦੁਨੀਆ ਦੇ ਜਿਹੜੇ ਮੁਲਕ ਆ ਇੱਕ ਦੂਜੇ ਦੇ ਮੁਲਕਾਂ ਵੱਲ ਨਹੀਂ ਜਾਣਾ, ਖਾਸ ਤੌਰ 'ਤੇ ਯੂਰਪੀ ਮੁਲਕਾਂ ਵੱਲ ਨਹੀਂ ਜਿਹੜਾ ਹੈਗਾ ਜਾਣਾ ਜ਼ਿਆਦਾ ਪਸੰਦ ਕਰਦੇ ਪਏ ਨੇ। ਤਾਂ ਪ੍ਰਵਾਸ ਜਿਹੜਾ ਆ ਠੀਕ ਹੈ, ਸਦੀਆਂ ਤੋਂ ਹੁੰਦਾ ਆ, ਇੱਥੇ ਹੋ ਰਿਹਾ, ਪਰ ਹੁਣ ਜ਼ਿਆਦਾ ਵੱਧ ਗਿਆ। ਪਰ ਵਧਣ ਦੇ ਪਿੱਛੇ ਇੱਕੋ ਹੀ ਗੱਲ ਆ ਕਿ ਜਿਸ ਤਰੀਕੇ ਨਾਲ ਖਾਸ ਤੌਰ 'ਤੇ ਪੰਜਾਬੀਆਂ ਨੂੰ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਜਿਸ ਤਰੀਕੇ ਨਾਲ ਦੋਸਤੋ ਤੁਸੀਂ ਜਾਂਦੇ ਹੋ ਬਾਹਰ, ਕਿਰਪਾ ਕਰੋ ਜਿਸ ਤਰੀਕੇ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਆਪਣੇ ਪਰਿਵਾਰ ਬਾਰੇ ਸੋਚਿਆ ਕਰੋ। ਮਗਰ ਵੀ ਤੁਹਾਨੂੰ ਕੋਈ ਵੇਖਣ ਵਾਲਾ ਉਡੀਕਣ ਵਾਲਾ ਹੈਗਾ, ਤੁਹਾਡੀ ਝਾਕ ਰੱਖਣ ਵਾਲਾ ਹੈਗਾ, ਤੁਹਾਡੀ ਨੀਝ ਲਾ ਕੇ ਤੁਹਾਨੂੰ ਉਡੀਕਣ ਵਾਲਾ ਹੋਊਗਾ। ਕਈਆਂ ਦੀਆਂ ਆਸਾਂ ਹੋਣਗੀਆਂ, ਕਿਹੜੇ ਕਿਹੜੇ ਤਰੀਕੇ ਆ, ਜਿਵੇਂ ਜ਼ਮੀਨ ਵੇਚੀ ਆ, ਘਰ ਦੇ ਗਹਿਣੇ ਵੇਚੇ ਹੋਣਗੇ, ਕਿਸੇ ਨੇ ਕਰਜ਼ਾ ਲਿਆ ਹੋਣਾ, ਕਿਸੇ ਨੇ 100 ਪਾਪੜ ਵੇਲੇ ਹੋਣੇ ਆ, ਕਿਸੇ ਨੇ ਕੋਈ ਪਲਾਟ ਹੀ ਵੇਚਿਆ ਹੋਣਾ ਆ। ਇਸ ਕਰਕੇ ਜਦੋਂ ਜਾਂਦੇ ਹੋ ਖਾਸ ਤੌਰ 'ਤੇ ਬਚੋ। ਜਿਹੜੇ ਤਰੀਕੇ ਗੈਰ ਕਾਨੂੰਨੀ ਆ ਉਹ ਗੈਰ ਕਾਨੂੰਨੀ ਆ, ਗੈਰ ਕਾਨੂੰਨੀ ਹੀ ਰਹਿਣਗੇ। ਜਿਹੜਾ ਤਰੀਕਾ ਜਾਇਜ਼ ਆ ਕੋਸ਼ਿਸ਼ ਕਰੋ ਜੇ ਉਹਨਾਂ ਤਰੀਕਿਆਂ ਨਾਲ ਤੁਸੀਂ ਜਾ ਸਕੋ ਤਾਂ ਇਸ ਤੋਂ ਵਧੀਆ ਉਪਰਾਲਾ ਨਹੀਂ ਹੋ ਸਕਦਾ, ਕਿਉਂਕਿ ਜ਼ਿੰਦਗੀ ਬਹੁਤ ਕੀਮਤੀ ਹੈ। ਸੋ ਦੋਸਤੋ ਇਹ ਸੀ 2 ਖਬਰਾਂ ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ। ਕਿਸ ਤਰੀਕੇ ਲੱਗਦੇ ਨੇ ਸਾਡੇ ਪ੍ਰੋਗਰਾਮ, ਇਸ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ। ਇੱਥੇ ਹੀ ਕਰਦੇ ਹਾਂ ਸਮਾਪਤੀ। ਧੰਨਵਾਦ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ੍ਹ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ੍ਹ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਹਾਂ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨਾਂ, ਟਰੱਕ, SUV ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬਾਡੀ ਵਾਲਿਆਂ ਕੋਲ ਆਇਆ ਤੇ
MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬਾਡੀ 64 ਸੈਲਟਰ ਸਟਰੀਟ, ਵਿਨੀਪੈਗ, MB, ਕੈਨੇਡਾ, ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300।